ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਬਿਰਤੀਆਂ ਖਿਆਲ ਜਿਹੜੇ ਹਨ ਉਹਨਾਂ ਨੂੰ ਇਕੱਠੇ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਮਨ ਜੋੜੋ। ਮਨ ਸਤਿਗੁਰਾਂ ਦੇ ਚਰਨਾਂ ਵਿੱਚ ਜੁੜੇਗਾ ਤਾਂ ਇਸ ਮਨ ਨੂੰ ਗੁਰਬਾਣੀ ਦੀ ਸਮਝ ਪਵੇਗੀ। ਇਸ ਮਨ ਨੂੰ ਕੋਈ ਸੋਝੀ ਆਵੇਗੀ। ਬੜਾ ਵੱਡਾ ਸੰਸਾਰ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਾਜਿਆ ਹੋਇਆ, ਬਣਾਇਆ ਹੋਇਆ। ਬੜੀ ਉਤਪਤੀ ਕੀਤੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ। ਫਰੀਦਾ ਇਕਨਾਂ ਨੂੰ ਸਭ ਸੋਝੀ ਆਈ। ਕਈਆਂ ਨੂੰ ਤਾਂ ਜਿਵੇਂ ਜਿਵੇਂ ਉਮਰ ਲੰਘਦੀ ਹੈ ਰੁੱਤ ਫਿਰੀ ਵਣ ਕੰਬਿਆ। ਜਦੋਂ ਰੁੱਤ ਫਿਰ ਜਾਂਦੀ ਹੈ ਇਸ ਦੇਹ ਦੀ, ਇਸ ਤਨ ਦੀ, ਇਸ ਸਰੀਰ ਦੀ, ਇਸ ਬੋਡੀ ਦੀ, ਦਰਪਣ ਵਿੱਚ, ਸ਼ੀਸ਼ੇ ਵਿੱਚ ਦਿਸਣ ਲੱਗ ਪੈਂਦਾ ਹੈ ਸ਼ਕਲਾਂ ਬਦਲ ਗਈਆਂ ਹਨ, ਰੁੱਤਾਂ ਬਦਲ ਗਈਆਂ ਹਨ, ਬਚਪਨ ਵਾਲੀਆਂ, ਜਵਾਨੀ ਵਾਲੀਆਂ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਰੁੱਤਾਂ ਆ ਗਈਆਂ ਹਨ ਬਿਰਧ ਅਵਸਥਾ ਵਾਲੀਆਂ। ਫਰੀਦਾ ਇਕਨਾਂ ਨੂੰ ਸਭ ਸੋਝੀ ਆਈ। ਜਿਨ੍ਹਾਂ ਨੂੰ ਸੋਝੀ ਆ ਜਾਂਦੀ ਹੈ, ਸਮਝ ਪੈ ਜਾਂਦੀ ਹੈ, ਸਤਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਹਨ, ਉਹ ਨਾਮ ਜਪਦੇ ਹਨ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ। ਸੰਭਾਲੇ ਸਾਹੇ ਸਾਹੇ, ਇੱਕ ਇੱਕ ਸਾਹ ਨਾਲ ਜਪਣ ਲੱਗ ਪੈਂਦੇ ਹਨ ਸਤਿਨਾਮ ਸ੍ਰੀ ਵਾਹਿਗੁਰੂ। ਮਨ ਵਿੱਚ ਡਰ ਵੀ ਆ ਜਾਂਦਾ ਹੈ, ਭਉ ਵੀ ਆ ਜਾਂਦਾ ਹੈ, ਮੇਰਾ ਸਾਹ ਖਾਲੀ ਨਾ ਕੋਈ ਚਲਾ ਜਾਵੇ, ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਹੇ। ਜਿਹੜੇ ਸਵਾਸ ਆਉਣ ਉਹਨਾਂ ਸਵਾਸਾਂ ਦੇ ਨਾਲ ਇਹ ਜਪਦਾ ਰਵੇ ਮਨ, ਸਤਿਨਾਮ ਸ੍ਰੀ ਵਾਹਿਗੁਰੂ। ਮਨ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੋੜਨਾ ਕਰੋ। ਕਲਗੀਆਂ ਵਾਲੇ, ਬਾਜਾਂ ਵਾਲੇ ਸਾਹਿਬ ਦਸ਼ਮੇਸ਼ ਪਿਤਾ ਜੀ, ਸਰਬੰਸ ਦਾਨੀ ਦਾਤਾਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹ ਲੜ ਲਾ ਗਏ ਹਨ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਤੁਹਾਨੂੰ ਸਿੱਖਿਆ ਦੇਵੇਗੀ। ਗੁਰਬਾਣੀ ਤੁਹਾਡੀ ਗੁਰੂ ਹੈ। ਗੁਰ ਕੀ ਬਾਣੀ ਜਿਸ ਮਨ ਵਸੈ, ਅਕਸਰ ਦੁੱਖ ਆ ਜਾਂਦੇ ਹਨ ਜ਼ਿੰਦਗੀ ਦੇ ਵਿੱਚ, ਦੁੱਖ ਦਰਦ ਸਭ ਤਾਕਾ ਨਸੈ, ਪਰ ਉਹਨਾਂ ਦਾ ਨਸਦਾ ਹੈ ਜਿਹੜੇ ਗੁਰੂ ਦੇ ਬਚਨ ਮੰਨ ਲੈਂਦੇ ਹਨ, ਗੁਰੂ ਦੀ ਗੱਲ ਮੰਨ ਲੈਂਦੇ ਹਨ, ਗੁਰੂ ਦੇ ਹੁਕਮ ਨੂੰ ਮੰਨ ਲੈਂਦੇ ਹਨ। ਮੰਨੇ ਕੀ ਗਤ ਕਹੀ ਨਾ ਜਾਏ। ਮਨ ਨੂੰ ਇਕਾਗਰ ਕਰੀਏ।
ਪਹਿਲੇ ਹਿੱਸੇ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਜਾਪ ਸਾਹਿਬ ਜੀ ਦਾ ਪਾਠ, ਅਰਥਾਂ ਸਹਿਤ ਕਥਾ ਸਰਵਣ ਕੀਤੀ ਸੀ। ਨਮਸਤੰ ਅਕਾਏ ਨਮਸਤੰ ਅਜਾਏ। ਵਾਹਿਗੁਰੂ ਜੀ, ਸਾਰੀ ਦੁਨੀਆ ਨੂੰ ਤੁਸਾਂ ਕਾਇਆ ਬਖਸ਼ਿਸ਼ ਕੀਤੀ ਹੈ, ਬੋਡੀ ਬਖਸ਼ਿਸ਼ ਕੀਤੀ ਹੈ, ਦੇਹ ਬਖਸ਼ਿਸ਼ ਕੀਤੀ ਹੈ, ਸਰੀਰ ਬਖਸ਼ਿਸ਼ ਕੀਤਾ ਹੈ, ਇਹ ਤਨ ਬਖਸ਼ਿਸ਼ ਕੀਤਾ ਹੈ, ਇਹਦੇ ਵਿੱਚ ਮਨ ਦਾ ਵਾਸਾ ਤੁਸਾਂ ਕਰ ਦਿੱਤਾ ਹੈ। ਆਪ ਜੀ ਨੂੰ ਨਮਸਕਾਰ ਹੈ ਅਕਾਲ ਪੁਰਖ ਵਾਹਿਗੁਰੂ ਜੀ। ਤੁਸੀਂ ਸਰਗੁਣ ਵੀ ਹੋ, ਨਿਰਗੁਣ ਵੀ ਹੋ। ਸਰਗੁਣ, ਨਿਰਗੁਣ, ਨਿਰੰਕਾਰ। ਸੁਨ ਸਮਾਧੀ ਆਪ। ਕਈ ਵਾਰੀ ਨਿਰਗੁਣ ਨੂੰ ਢੂੰਡਣ ਦੀ ਕੋਸ਼ਿਸ਼ ਕਰਦਾ ਹੈ, ਸਰਗੁਣ ਨੂੰ ਛੱਡ ਬਹਿੰਦਾ ਹੈ। ਫਿਰ ਗੁਰਬਾਣੀ ਸਮਝਾਉਂਦੀ ਹੈ, ਤਾਈਓਂ ਤੇ ਲੜ ਲਾਇਆ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਇਹ ਗੁਰਬਾਣੀ ਪੜ੍ਹਨਗੇ, ਇਹ ਗੁਰਬਾਣੀ ਸੁਣਨਗੇ, ਗੁਰਸਿੱਖ ਜਿਹੜੇ ਹਨ ਇਹਨਾਂ ਨੂੰ ਸਮਝ ਪਵੇਗੀ ਸਰਗੁਣ ਵੀ ਉਹ ਆਪ ਹਨ, ਨਿਰਗੁਣ ਵੀ ਉਹ ਆਪ ਹਨ। ਸਰਗੁਣ ਵਿੱਚ ਨਜ਼ਰ ਆਉਂਦੇ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ। ਨਿਰੰਕਾਰ ਆਕਾਰ ਕਰ ਜੋਤ ਜਗ ਮੰਡਲ ਧਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਧਰਿਓ। ਤਾਈਓਂ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਨਿਰੰਕਾਰ ਜੀ ਦਾ ਰੂਪ ਆਖੀਦਾ ਹੈ। ਨਮਸਕਾਰ ਕਰ ਰਹੇ ਹਨ ਸਤਿਗੁਰੂ ਜੀ। ਅਕਾਲ ਪੁਰਖ ਜੀ ਨੂੰ। ਨਮਸਤੰ ਆਕਾਏ ਨਮਸਤੰ ਅਜਾਏ। ਸਤਿਗੁਰੂ ਜੀ, ਵਾਹਿਗੁਰੂ ਜੀ, ਦੁਨੀਆ ਨੂੰ ਤੁਸੀਂ ਕਾਇਆ ਬਖਸ਼ਿਸ਼ ਕਰ ਦਿੱਤੀਆਂ ਹਨ। ਆ ਦੇਹ ਬਖਸ਼ਿਸ਼ ਕਰ ਦਿੱਤੀ ਹੈ, ਬੋਡੀ ਬਖਸ਼ਿਸ਼ ਕਰ ਦਿੱਤੀ ਹੈ, ਤਨ ਸਰੀਰ ਬਖਸ਼ਿਸ਼ ਕਰ ਦਿੱਤਾ ਹੈ। ਮਾਂ ਦੀ ਕੁੱਖ ਵਿੱਚ 9-10 ਮਹੀਨਿਆਂ ਵਿੱਚ ਇਹਦੀ ਸੁੰਦਰ ਘਾੜਤ ਘੜ ਦਿੱਤੀ ਹੈ, ਸੋਹਣਾ ਸਰੂਪ ਬਣਾ ਦਿੱਤਾ ਹੈ, ਜਨਮ ਦੇ ਦਿੱਤਾ ਹੈ। ਪਰ ਆਪ ਜਨਮ ਤੋਂ ਰਹਿਤ ਹੋ। ਜਨਮ ਮਰਨ ਦੋਹੋਂ ਮੈਂ ਨਾਹੀਂ। ਨਮਸਤੰ ਅਜਾਏ। ਜਿਵੇਂ ਮਨ ਸਰੀਰਾਂ ਵਿੱਚ ਰਹਿ ਰਹੇ ਹਨ, ਵਾਹਿਗੁਰੂ ਜੀ ਤੁਸੀਂ ਜਨਮ ਰਹਿਤ ਹੋ। ਦੁਨੀਆ ਜਨਮ ਮਰਨ ਦੇ ਵਿੱਚ ਤੁਸਾਂ ਪਾ ਦਿੱਤੀ ਹੈ, ਪਰ ਆਪ ਅਜੂਨੀ ਹੋ, ਸੈਭੰਗ ਹੋ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋ। ਧੰਨ ਧੰਨ ਦਸਮੇਸ਼ ਪਿਤਾ ਗੁਰੂ ਮਹਾਰਾਜ ਜੀ ਨਮਸਕਾਰ ਕਰ ਰਹੇ ਹਨ। ਨਮਸਤੰ ਆਕਾਏ ਨਮਸਤੰ ਅਜਾਏ। ਅਜਾਏ ਜਨਮ ਰਹਿਤ। ਨਮਸਤੰ ਅਗੰਜੇ ਨਮਸਤੰ ਅਭੰਜੇ। ਨਮਸਤੰ ਅਗੰਜੇ ਨਮਸਤੰ ਅਭੰਜੇ। ਅਗੰਜੇ ਨਾਸ ਰਹਿਤ ਹੋ। ਦੁਨੀਆ ਜਿੰਨੀ ਵੀ ਹੈ ਸਮਾਂ ਆਉਣ ਤੇ ਨਾਸ ਹੋ ਜਾਂਦਾ ਹੈ। ਦੇਹ ਕਿਤੇ ਚਲੀ ਜਾਂਦੀ ਹੈ। ਜੀ ਕਿਤੇ ਚਲਾ ਜਾਂਦਾ ਹੈ।
ਵੱਖ-ਵੱਖ ਹੋ ਜਾਂਦੇ ਹਨ। ਦੇਹ ਅਗਨ ਦੇ ਸਪੁਰਦ ਕਰ ਦਿੱਤੀ ਜਾਂਦੀ ਹੈ, ਮਿੱਟੀ ਵਿੱਚ ਦੱਬ ਦਿੱਤੀ ਜਾਂਦੀ ਹੈ। ਸੰਨ 2000 ਹੈ, ਅਪ੍ਰੈਲ ਦਾ ਮਹੀਨਾ ਹੈ। 29 ਤਰੀਕ ਨੂੰ PTC ਦੀਆਂ ਖਬਰਾਂ ਤੇ ਦੱਸਿਆ ਜਾ ਰਿਹਾ ਸੀ, ਇਹ ਜਿਹੜੇ ਕੋਈ ਹਿੰਦੁਸਤਾਨ ਦੇ, ਭਾਰਤ ਦੇ ਐਕਟਰ ਸਨ, ਆਪਣੀ ਜੀਵਨ ਲੀਲਾ ਸਮਾਪਤ ਕਰਕੇ ਦੱਸ ਰਹੇ ਸਨ ਕਿ ਉਹਨਾਂ ਦਾ ਸਰੀਰ ਜਿਹੜਾ ਸੀ, ਦੇਹ ਜਿਹੜੀ ਸੀ, ਖਾਕੇ ਸਪੁਰਦ ਕਰ ਦਿੱਤੀ ਹੈ। ਭਾਵ ਕਿ ਖਾਕ ਦੇ ਸਪੁਰਦ, ਮਿੱਟੀ ਦੇ ਸਪੁਰਦ ਕਰ ਦਿੱਤੀ ਹੈ। ਇਹ ਮਿੱਟੀ ਪਿਆਰਿਓ, ਆ ਜਿਹੜੀ ਦੇਹ ਹੈ ਇਹ ਮਿੱਟੀ ਦੀ ਹੈ। ਮਾਟੀ ਕੀ ਇਹ ਪੁੱਤਰੀ ਜੋਰੀ, ਇਹ ਮਿੱਟੀ ਦੀ ਇੱਕ ਪੁਤਲੀ ਜੋੜੀ ਹੋਈ ਹੈ ਜਿਹੜੀ ਨੱਚਦੀ ਫਿਰਦੀ ਹੈ ਸਾਰੀ ਉਮਰ। ਪੁਤਲਾ ਵੀ ਕਹਿ ਦਿੰਦੇ ਹਾਂ, ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌੜਿਓ ਫਿਰਤ ਹੈ। ਉਹ ਖਬਰਾਂ ਦਾ ਤਾਂ ਨਾਂ ਲਿਆ ਹੈ। ਉਹਨਾਂ ਦਾ ਸਰੀਰ, ਭਾਵ ਕਿ ਸਰੀਰ ਹੋਰ ਹੈ, ਵਿੱਚ ਕੋਈ ਹੋਰ ਹੈ। ਖਬਰਾਂ ਵਾਲੇ ਕਹਿ ਰਹੇ ਸਨ, ਜਿਸ ਦਿਨ ਦੇਹ ਨੂੰ ਸਪੁਰਦ ਕੀਤਾ ਹੈ ਮਿੱਟੀ ਦੇ ਵਿੱਚ, ਆ ਜਿਹੜੇ ਕੋਈ ਨਾਮੀ ਐਕਟਰ ਸਨ, ਖਾਕੇ ਸਪੁਰਦ, ਖਾਕੇ ਕਹਿੰਦੇ ਹਨ ਖਾਕ ਨੂੰ, ਮਿੱਟੀ ਨੂੰ। ਫਰੀਦਾ ਖਾਕ ਨ ਨਿੰਦੀਏ, ਖਾਕੋਂ ਜੇਠ ਨ ਕੋਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਫਰਮਾਨ ਕਰਦੇ ਹਨ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਜਿਉਂਦਿਆਂ ਸਾਰੀ ਉਮਰ ਜੋੜਿਆਂ ਦੇ ਥੱਲੇ, ਪੈਰਾਂ ਦੇ ਥੱਲੇ ਲੱਗੀ ਰਹਿੰਦੀ ਹੈ। ਜੋੜੇ ਝਾੜਦੇ ਰਹਿੰਦੇ ਹਨ। ਘਰ ਵੀ ਆਓ ਜੋੜਾ ਝਾੜੀ ਦਾ ਹੈ। ਮੋਇਆਂ ਉੱਪਰ ਹੋਏ। ਜਦੋਂ ਦੇਹ ਤੇ ਜੀ ਵੱਖਰਾ ਹੋ ਜਾਂਦਾ ਹੈ, ਇਹੋ ਖਾਕ ਉੱਪਰ ਆ ਜਾਂਦੀ ਹੈ, ਮਿੱਟੀ ਉੱਪਰ ਆ ਜਾਂਦੀ ਹੈ। ਸਾਰੀ ਦੁਨੀਆ ਵਾਸਤੇ ਉਪਦੇਸ਼ ਹੈ। ਅਕਾਲ ਪੁਰਖ ਵਾਹਿਗੁਰੂ ਜੀ ਇਸ ਦੇਹ ਵਿੱਚ ਨਹੀਂ ਆਉਂਦੇ। ਕਾਇਆ ਵਿੱਚ ਨਹੀਂ ਆਉਂਦੇ, ਸਰੀਰ ਵਿੱਚ ਨਹੀਂ ਆਉਂਦੇ। ਵਾਹਿਗੁਰੂ ਜੀ ਜੋ ਨਿਰਗੁਣ ਹਨ, ਔਖੇ ਸੌਖੇ ਵੇਲੇ ਲੱਜਿਆ ਵੀ ਰੱਖਦੇ ਹਨ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ। ਅੱਖਾਂ ਬੰਦ ਕਰਕੇ ਨਿਰਗੁਣ ਦੇ ਚਰਨਾਂ ਵਿੱਚ ਅਰਦਾਸ ਕਰੀਦੀ ਹੈ, ਸਰਗੁਣ ਦੇ ਚਰਨਾਂ ਵਿੱਚ ਵੀ ਕਰੀਦੀ ਹੈ। ਗੁਰਦੁਆਰਾ ਸਾਹਿਬ ਆਈਦਾ ਹੈ, ਸਤਿਗੁਰੂ ਸਰਗੁਣ ਸਰੂਪ ਹਨ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪੇ ਕੀਆ ਨਾਨਕਾ ਆਪੇ ਹੀ ਫਿਰ ਜਾਪ। ਉਹ ਆਪ ਹੀ ਹਨ ਸਭਨੀ ਥਾਈਂ। ਪਰ ਬੰਦਾ ਢੂੰਡਦਾ ਹੈ ਨਿਰਗੁਣ ਨੂੰ। ਸਰਗੁਣ ਦੇ ਨਾਲ ਜੁੜੇਗਾ ਤਾਂ ਲੱਭਣਗੇ ਵਾਹਿਗੁਰੂ ਜੀ। ਗੁਰਮੁਖ ਢੂੰਡ ਢੂੰਡੇਂਦੀਆਂ ਹਰ ਸੱਜਣ ਲੱਦਾ। ਰਾਮ ਰਾਜੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ। ਆ ਜਿਹੜੀ ਦੇਹ ਹੈ, ਆ ਜਿਹੜੀ ਕਾਇਆ ਹੈ, ਆ ਜਿਹੜਾ ਸਰੀਰ ਹੈ, ਇਹਦੇ ਵਿੱਚੋਂ ਹੀ ਲੱਭਣਗੇ ਅਕਾਲ ਪੁਰਖ ਵਾਹਿਗੁਰੂ ਜੀ। ਨਮਸਕਾਰ ਕਰਦੇ ਹਨ ਕਲਗੀਧਰ ਸਾਹਿਬ ਦਸਮੇਸ਼ ਪਿਤਾ ਬਾਜਾਂ ਵਾਲੇ ਸਤਿਗੁਰੂ ਜੀ। ਨਿਰਗੁਣ ਸਰੂਪ ਅਕਾਲ ਪੁਰਖ ਜੀ ਨੂੰ ਨਮਸਤੰ ਆਕਾਏ ਨਮਸਤੰ ਅਜਾਏ। ਕਾਇਆ ਤੋਂ ਰਹਿਤ ਹੋ ਤੁਸੀਂ, ਆਪ ਜੀ ਨੂੰ ਨਮਸਕਾਰ ਹੈ। ਜਨਮ ਤੋਂ ਰਹਿਤ ਹੋ ਤੁਸੀਂ,
ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਆਗੰਜੇ ਨਮਸਤੰ ਆਭੰਜੇ ਨਮਸਤੰ ਅਗੰਜੇ। ਇਹਨਾਂ ਦੀਆਂ ਦਾ ਨਾਸ ਹੋ ਜਾਂਦਾ ਹੈ, ਪਰ ਵਾਹਿਗੁਰੂ ਜੀ ਆਪ ਨਾਸ ਰਹਿਤ ਹੋ। ਨਮਸਤੰ ਆਗੰਜੇ ਨਮਸਤੰ ਆਪੰਜੇ ਅਭੰਜੇ। ਚੀਜ਼ਾਂ ਟੁੱਟ ਜਾਂਦੀਆਂ ਹਨ ਤੁਹਾਡੀਆਂ ਬਣਾਈਆਂ ਹੋਈਆਂ, ਕਿਉਂਕਿ ਦੁਨੀਆ ਤੁਸੀਂ ਇਹੋ ਜਿਹੀ ਬਣਾ ਦਿੱਤੀ ਹੈ, ਟੁੱਟ ਭੱਜ ਜਾਂਦੀ ਹੈ। ਕਦੀ ਲੱਤਾਂ ਟੁੱਟ ਜਾਂਦੀਆਂ ਹਨ, ਕਦੀ ਸਿਰ ਟੁੱਟ ਜਾਂਦਾ ਹੈ, ਕਦੀ ਹੱਡੀਆਂ ਟੁੱਟ ਜਾਂਦੀਆਂ ਹਨ, ਕਦੀ ਲੱਕ ਟੁੱਟ ਜਾਂਦਾ ਹੈ, ਕਦੀ ਰੀੜ੍ਹ ਦੀ ਹੱਡੀ ਟੁੱਟ ਜਾਂਦੀ ਹੈ, ਕਦੀ ਬੜੇ ਬੜੇ ਸ਼ਹਿਰ ਸੁੰਦਰ ਬਣੇ ਹੋਏ ਟੁੱਟ ਜਾਂਦੇ ਹਨ, ਭੱਜ ਜਾਂਦੇ ਹਨ, ਢਹਿ ਪੈਂਦੇ ਹਨ। ਇਹਨਾਂ ਨੂੰ ਭੰਨਣ ਘੜਨ ਵਾਲੇ ਤੁਸੀਂ ਆਪ ਹੋ, ਤੋੜਨ ਵਾਲੇ, ਬਣਾਉਣ ਵਾਲੇ। ਗੁਰਬਾਣੀ ਦੇ ਹੁਕਮ ਹਨ, ਭੰਨੈ ਘੜੇ ਸਵਾਰੇ ਸਾਜੈ। ਉਹ ਭੰਨਦੇ ਵੀ ਹਨ, ਘੜਦੇ ਵੀ ਹਨ, ਸਵਾਰਦੇ ਵੀ ਹਨ, ਸਾਜਦੇ ਵੀ ਹਨ। ਭੰਨੈ ਘੜੇ ਸਵਾਰੇ ਸਾਜੇ ਅਕਾਲ ਪੁਰਖ ਵਾਹਿਗੁਰੂ ਜੀ। ਇਹ ਸਭ ਕੁਝ ਉਹਨਾਂ ਦੇ ਹੁਕਮ ਨਾਲ ਟੁੱਟਦਾ ਭੱਜਦਾ ਹੈ। ਇਹ ਭਾਂਡਾ ਵੀ ਟੁੱਟ ਭੱਜ ਜਾਂਦਾ ਇੱਕ ਦਿਨ। ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਨਕਾ, ਇਟ ਬ੍ਰੇਕਸ ਵਿਦ ਦ ਸਲਾਈਟ ਟੱਚ। ਪਤਾ ਨਹੀਂ ਕਿੱਥੇ ਮਾੜੀ ਜੀ ਠੋਕਰ ਵੱਜੇ, ਇਹ ਭੱਜ ਜਾਂਦਾ ਹੈ ਆਪ ਜੀ ਦੇ ਹੁਕਮ ਅਨੁਸਾਰ। ਗੁਰੂ ਗ੍ਰੰਥ ਸਾਹਿਬ ਜੋ ਹੁਕਮ ਕਰਦੇ ਹਨ, ਵਾਹਿਗੁਰੂ ਜੀ ਪੂਰੀ ਦੁਨੀਆ ਜੋ ਬਣੀ ਹੋਈ ਹੈ ਭੰਨਣ ਘੜਨ ਸਮਰੱਥ, ਤੁਸੀਂ ਆਪ ਸਮਰੱਥ ਹੋ। ਤੂੰ ਭੰਨਣ ਘੜਨ ਸਮਰੱਥ ਦਾਤਾਰ ਹੈ, ਤੁਸੀਂ ਦਾਤਾਰ ਹੋ। ਭੰਨਣ ਵਾਲੇ ਘੜਨ ਵਾਲੇ, ਗਾਵੇ ਕੋ ਸਾਜ ਕਰੇ ਤਨ ਖੇ, ਤਨ ਨੂੰ ਖੇ ਕਰਨ ਵਾਲੇ ਵੀ ਤੁਸੀਂ ਆਪ ਹੋ। ਆ ਦੁਨੀਆ ਦੀ ਜਿੰਨੀ ਵੀ ਉਪਤ ਹੈ, ਉਤਪਤੀ ਹੋਈ ਹੈ, ਜੇ ਪਰਲੋ ਲੈ ਆਓ ਵਾਹਿਗੁਰੂ। ਸੰਨ 2020 ਹੈ, ਅਪ੍ਰੈਲ ਦਾ ਮਹੀਨਾ ਹੈ। ਕਰੋਨਾ ਵਾਇਰਸ ਦਾ ਦੁੱਖ ਸਾਰਿਆਂ ਦੇ ਮਨ ਵਿੱਚ ਡਰ ਵਸਿਆ ਪਿਆ ਹੈ। ਅਰਦਾਸ ਕਰਨੀ ਹੈ, ਬੇਨਤੀ ਕਰਨੀ ਹੈ, ਕਰ ਮਿੰਨਤ ਕਰ ਜੋਦੜੀ, ਜੋਦੜੀ ਕਰਨੀ ਹੈ। ਵਾਹਿਗੁਰੂ ਦੁਨੀਆ ਦੀ ਰੱਖਿਆ ਕਰੋ, ਸੱਚੇ ਪਾਤਸ਼ਾਹ ਦੁਨੀਆ ਤੁਹਾਡੀ ਹੈ। ਕਿਉਂਕਿ ਭੰਨਣ ਵਾਲੇ, ਘੜਨ ਵਾਲੇ, ਸਾਜਣ ਵਾਲੇ, ਖੇ ਕਰਨ ਵਾਲੇ ਉਹ ਸਮਰੱਥ ਅਕਾਲ ਪੁਰਖ ਵਾਹਿਗੁਰੂ ਜੀ ਹਨ। ਉਪਤ ਸਭ ਪਰ ਲੈ, ਉਤਪਤੀ ਜਿੰਨੀ ਵੀ ਹੈ ਚੌਹਾਂ ਖਾਣੀਆਂ ਦੀ ਮਾਲਿਕ ਨੇ ਕੀਤੀ ਹੋਈ ਹੈ, ਅਕਾਲ ਪੁਰਖ ਜੀ ਨੇ। ਸਭ ਪਰ ਲੈ, ਜੇ ਚਾਹਣ ਤਾਂ ਪਰਲੋ ਲਿਆ ਸਕਦੇ ਹਨ। ਸਾਰੀਆਂ ਤਾਕਤਾਂ ਦੇ ਮਾਲਕ ਹਨ ਵਾਹਿਗੁਰੂ ਜੀ। ਅਮਤੋਜ ਕਹਿਜੈ, ਸਾਰੀਆਂ ਸ਼ਕਤੀਆਂ ਉਹਨਾਂ ਕੋਲੋਂ ਹੀ ਮਿਲ ਰਹੀਆਂ ਹਨ। ਇਸ ਕਰਕੇ ਉਹਨਾਂ ਦਾ ਹੀ ਨਾਮ ਜਪਣਾ ਚਾਹੀਦਾ ਹੈ। ਗੁਰਬਾਣੀ ਦੇ ਹੁਕਮ ਹਨ, ਨਾਮ ਲਈਏ ਪਰਮੇਸ਼ਰੈ, ਉਹਦਾ ਨਾਮ ਲਈਏ ਵਾਹਿਗੁਰੂ ਜੀ ਦਾ। ਭੰਨਣ ਘੜਨ ਸਮਰੱਥ, ਜਿਹੜੇ ਭੰਨਣ ਵਾਲੇ ਹਨ ਤੇ ਘੜਨ ਵਾਲੇ ਹਨ, ਮਾਂ ਦੀਆਂ ਕੁੱਖਾਂ ਦੇ ਵਿੱਚ ਜੀਆਂ ਤੇ ਦਇਆ ਕਰਨ ਵਾਲੇ ਹਨ। ਦਇਆ ਕਰਨਗੇ, ਬਖਸ਼ਿਸ਼ ਕਰਨਗੇ। ਸਾਰਿਆਂ ਨੇ ਨਾਮ ਜਪਣਾ ਹੈ, ਸਤਨਾਮ ਸ੍ਰੀ ਵਾਹਿਗੁਰੂ। ਨਮਸਕਾਰ ਕਰਦੇ ਹਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ। ਨਮਸਤੰ ਆਗੰਜੇ ਨਮਸਤੰ ਆਭੰਜੇ। ਨਾਸ ਰਹਿਤ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ।
ਦੁਨੀਆ ਟੁੱਟ ਭੱਜ ਸਕਦੀ ਹੈ, ਦੁਨੀਆ ਦੇ ਸਰੀਰ ਟੁੱਟ ਭੱਜ ਸਕਦੇ ਹਨ, ਪਰ ਤੁਸੀਂ ਟੁੱਟ ਭੱਜ ਤੋਂ ਰਹਿਤ ਹੋ ਅਪੰਜੇ। ਟੁੱਟਣ ਤੋਂ ਰਹਿਤ ਹੋ, ਭੱਜਣ ਤੋਂ ਰਹਿਤ ਹੋ। ਦੁਨੀਆ ਦੇ ਸਰੀਰ ਜਿਹੜੇ ਹਨ ਇਹ ਟੁੱਟ ਭੱਜ ਸਕਦੇ ਹਨ, ਖੇ ਹੋ ਸਕਦੇ ਹਨ। ਵਾਹਿਗੁਰੂ ਜੀ ਆਪ ਇਹਨਾਂ ਤੋਂ ਰਹਿਤ ਹੋ, ਅਭੰਜੇ ਹੋ। ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਗੰਜੇ, ਨਮਸਤੰ ਅਭੰਜੇ। ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰ ਰਹੇ ਹਨ। ਕਲਗੀਆਂ ਵਾਲੇ, ਬਾਜਾਂ ਵਾਲੇ ਸਾਹਿਬ ਦਸ਼ਮੇਸ਼ ਪਿਤਾ ਜੀ। ਨਮਸਤੰ ਅਨਾਮੇ, ਨਮਸਤੰ ਅਠਾਮੇ। ਦੁਨੀਆ ਤੇ ਕਿੰਨਾ ਕੁਝ ਹੈ, ਸਭ ਦਾ ਨਾਮ ਹੈ। ਇਹ ਮਾਨਸ ਹਨ, ਇਹ ਜੰਗਲ ਦੇ ਫਲ ਬੂਟੇ ਹਨ, ਇਹ ਫੁੱਲ ਹਨ, ਇਹ ਪੱਤੇ ਹਨ, ਇਹ ਟਾਹਣੀਆਂ ਹਨ, ਇਹ ਡਾਲੀਆਂ ਹਨ, ਇਹ ਮੁੱਢ ਹਨ, ਇਹ ਇਮਾਰਤਾਂ ਹਨ, ਇਹ ਸ਼ਹਿਰ ਹਨ। ਇਹ 42 ਲੱਖ ਜੀਵ ਪਾਣੀ ਦੇ ਵਿੱਚ ਹਨ, ਉਹਨਾਂ ਦੇ ਵੱਖ-ਵੱਖ ਨਾਮ ਹਨ। ਇਹ ਆਕਾਸ਼ ਹੈ, ਇਹ ਪਾਤਾਲ ਹੈ, ਇਹ ਦੁਨੀਆ ਦੀਆਂ ਕੰਟਰੀਆਂ ਹਨ, ਮੁਲਕ ਹਨ। ਆਪੋ ਆਪਣੇ ਜਿੱਥੇ ਜਿੱਥੇ ਵਾਹਿਗੁਰੂ ਨੇ ਕਿਸੇ ਨੂੰ ਜਨਮ ਦਿੱਤਾ ਹੋਇਆ ਹੈ, ਸਭ ਦੇ ਨਾਮ ਹਨ। ਸਭ ਨਾਮ ਹੀ ਨਾਮ ਹੈ ਸਭਨਾਂ ਦਾ। ਪਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਸਰਗੁਣ ਕਰਕੇ ਇਹਨਾਂ ਦੇ ਵਿੱਚ ਵੀ ਹੋ ਤੇ ਨਿਰਗੁਣ ਕਰਕੇ ਬੈਠਾ ਵੇਖੈ ਵੱਖ ਅਕੇਲਾ, ਇਹਨਾਂ ਤੋਂ ਵੱਖ ਵੀ ਹੋ। ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਨਾਮੇ, ਨਾਮ ਰਹਿਤ ਹੋ। ਉਂਝ ਪਿਆਰ ਨਾਲ ਦੁਨੀਆ ਆਪ ਜੀ ਦੇ ਪਤਾ ਨਹੀਂ ਕਿਤਨੇ ਕੁ ਨਾਮ ਰੱਖ ਲੈਂਦੀ ਹੈ। ਸਾਰੀ ਦੁਨੀਆ ਦੇ ਵਿੱਚ ਕਈ ਤਰ੍ਹਾਂ ਦਾ ਸੰਸਾਰ ਹੈ, ਸਭ ਆਪੋ ਆਪਣੀ ਰਸਨ ਦੇ ਨਾਲ। ਕੋਈ ਵਿਠਲ ਕਹਿ ਰਿਹਾ ਹੈ, ਕੋਈ ਵਾਹਿਗੁਰੂ ਕਹਿ ਰਿਹਾ ਹੈ, ਸਤਨਾਮ ਕਹਿ ਰਿਹਾ ਹੈ, ਕੋਈ ਰਾਮ ਕਹਿ ਰਿਹਾ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਗੁਸਾਈ ਕਹਿ ਰਿਹਾ ਹੈ, ਕੋਈ ਸੇਵਾ ਗੁਸਾਈਆਂ, ਕੋਈ ਅੱਲਾਹ ਕਹਿ ਰਿਹਾ ਹੈ, ਕੋਈ ਆਲਾ ਹੈ। ਵਾਹਿਗੁਰੂ ਜੀ ਪਿਆਰ ਨਾਲ ਦੁਨੀਆ ਨੇ ਆਪ ਜੀ ਦੇ ਨਾਮ ਰੱਖੇ ਹੋਏ ਹਨ ਕਿ ਕਿਸੇ ਢੰਗ ਨਾਲ ਆਪ ਜੀ ਦੀ ਭਗਤੀ ਕਰ ਸਕੀਏ, ਨਾਮ ਜਪ ਸਕੀਏ, ਆਪ ਜੀ ਵਿੱਚ ਸਮਾ ਸਕੀਏ। ਪਰ ਆਪ ਵਾਹਿਗੁਰੂ ਜੀ ਨਾਮ ਤੋਂ ਰਹਿਤ ਹੋ। ਨਮਸਤੰ ਅਠਾਮੇ। ਸਭ ਨੇ ਆਪੋ ਆਪਣੀਆਂ ਝੁੱਗੀਆਂ ਬਣਾਈਆਂ ਹੋਈਆਂ ਹਨ, ਘਰ ਬਣਾਏ ਹੋਏ ਹਨ, ਮਹਿਲ ਬਣਾਏ ਹੋਏ ਹਨ। ਪੰਛੀਆਂ ਨੇ ਆਪਣੇ ਆਲਣੇ ਬਣਾਏ ਹੋਏ ਹਨ। ਹਾਂ ਬਲਿਹਾਰੀ ਤਿਨਾ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਨ ਥਲ ਵਸਨ, ਰੱਬ ਨਾ ਛੋੜਨ ਪਾਸ। ਪੱਥਰ ਪੁੱਥਰ ਚੁੱਕ ਕੇ ਆਪਣਾ ਢਿੱਡ ਭਰ ਲੈਂਦੇ ਨੇ, ਪਰ ਰੱਬ ਨੂੰ ਨਹੀਂ ਭੁੱਲਦੇ। ਮਨੁੱਖ ਨੂੰ ਸਿੱਖਿਆ ਹੈ, ਬੰਦਿਆ 36 ਪ੍ਰਕਾਰ ਦੇ ਤੂੰ ਭੋਜਨ ਛਕਦਾ ਹੈ, ਨਾਮ ਜਪ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਕਿੰਨੇ ਕਿੰਨੇ ਸੋਹਣੇ ਥਾਂ ਤੂੰ ਬਣਾਏ ਹੋਏ ਨੇ ਆਪਣੇ ਰਹਿਣ ਵਾਸਤੇ। ਸਰਗੁਣ ਸਰੂਪ ਵਿੱਚ ਮਾਲਕ ਸਾਰਿਆਂ ਘਰਾਂ ਵਿੱਚ, ਸਾਰਿਆਂ ਜੀਆਂ ਵਿੱਚ, ਸਾਰਿਆਂ ਹਿਰਦਿਆਂ ਵਿੱਚ, ਸਾਰਿਆਂ ਦਿਲਾਂ ਵਿੱਚ ਧੜਕ ਰਹੇ ਹਨ। ਤੇ ਨਿਰਗੁਣ ਸਰੂਪ ਵਿੱਚ ਅਠਾਮੇ, ਉਹਨਾਂ ਦਾ ਕੋਈ ਥਾਂ ਨਹੀਂ ਜਿੱਥੋਂ ਕੋਈ ਲੱਭ ਲਵੇ। ਅਦਿਸ਼ਟ ਹਨ। ਅਲਖ ਰੂਪ ਜੀ ਲਖਿਆ ਨਾ ਜਾਈ। ਅਲਖ ਕਹਿੰਦੇ ਨੇ ਜਿਹੜਾ ਨਜ਼ਰ ਨਹੀਂ ਆਉਂਦਾ। ਹਾਂ ਸਰਗੁਣ ਵਿੱਚ ਤਾਂ ਕਰ ਸਕਦੇ ਹਾਂ, ਪੱਤਿਆਂ ਵਿੱਚੋਂ, ਫੁੱਲਾਂ ਵਿੱਚੋਂ,
ਬਗੀਚੀਆਂ ਵਿੱਚੋਂ, ਫਸਲਾਂ ਵਿੱਚੋਂ, ਮਨੁੱਖਾਂ ਵਿੱਚੋਂ, ਕਿਉਂਕਿ ਦਿਲ ਧੜਕ ਰਿਹਾ ਹੈ, ਸਾਹ ਆ ਰਹੇ ਹਨ। ਇੰਜ ਤੱਕ ਸਕਦੇ ਹਾਂ, ਜੇ ਉਂਝ ਲੱਭੀਏ ਤਾਂ ਉਹ ਅਲੱਖ ਰੂਪ ਹਨ। ਅਲੱਖ ਰੂਪ ਜੀ ਲਖਿਆ ਨਾ ਜਾਏ, ਉਹ ਲਖਿਆ ਨਹੀਂ ਜਾਂਦਾ। ਪੁਰਾਤਨ ਬੋਲੀ ਹੈ, ਦੇਖਿਆ ਨਹੀਂ ਜਾਂਦਾ। ਕੋਈ ਨਹੀਂ ਕਹਿ ਸਕਦਾ ਰੱਬ ਦਾ ਇਹ ਸਥਾਨ ਹੈ, ਨਿਰਗੁਣ ਸਰੂਪ ਇੱਥੇ ਰਹਿੰਦੇ ਹਨ। ਸਰਗੁਣ ਵਿੱਚ ਵੀ ਉਹ ਆਪ ਹਨ, ਹਰ ਸਰੀਰ ਵਿੱਚ, ਹਰ ਦੇਹ ਵਿੱਚ। ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਛੇਵੇਂ ਪਾਤਸ਼ਾਹ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ, ਸਤਵੇਂ ਪਾਤਸ਼ਾਹ। ਗੁਰੂ ਹਰਿਰਾਏ ਸਾਹਿਬ ਜੀ, ਅੱਠਵੇਂ ਪਾਤਸ਼ਾਹ ਸਾਹਿਬ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਸ੍ਰੀ ਹਰਿਕ੍ਰਿਸ਼ਨ ਤੇ ਆਈਏ, ਜਿਸ ਡਿਠੇ ਸਭ ਦੁੱਖ ਜਾਏ। ਨੌਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ। ਦਸਵੇਂ ਪਾਤਸ਼ਾਹ ਕਲਗੀਆਂ ਵਾਲੇ, ਬਾਜਾਂ ਵਾਲੇ ਸਾਹਿਬ ਦਸ਼ਮੇਸ਼ ਪਿਤਾ ਜੀ, ਸਭ ਸਰਗੁਣ ਸਰੂਪ ਹਨ। ਪਹਿਲੇ ਪਾਤਸ਼ਾਹ ਜੀ ਆਪ ਨਾਰਾਇਣ, ਉਹੀ ਜੋਤ ਸਾਰਿਆਂ ਦੇ ਵਿੱਚ ਜਗ ਰਹੀ ਹੈ, ਸਾਰੇ ਸਤਿਗੁਰਾਂ ਦੇ ਵਿੱਚ ਸਰਗੁਣ ਸਰੂਪ ਹੋ ਕੇ ਸਾਰਿਆਂ ਨੂੰ ਸ਼ਬਦ ਰੂਪ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੁਆਰਾ ਗਿਆਨ ਦੇ ਰਹੇ ਹਨ, ਸੋਝੀ ਦੇ ਰਹੇ ਹਨ। ਫਰੀਦਾ ਇਕ ਨਾਲੋਂ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ, ਜਿਹੜੇ ਨਹੀਂ ਮੰਨਦੇ ਉਹ ਬੇਪਰਵਾਹ ਹਨ, ਦੁਖੀ ਹੁੰਦੇ ਹਨ। ਆਪਣੇ ਕੀਤੇ ਕਰਮਾਂ ਦਾ ਫਲ ਆਪ ਭੋਗਦੇ ਹਨ। ਆਪੇ ਬੀਜ ਆਪੇ ਹੀ ਖਾਓ, ਆਪ ਹੀ ਖਾਂਦੇ ਹਨ। ਸੁੱਖਾਂ ਦੇ ਸਭ ਹਿੱਸੇਦਾਰ ਹੁੰਦੇ ਹਨ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰੇ, ਬਿਪਤ ਪਰੀ ਸਭ ਹੀ ਸੰਗ ਛਾੜਤ। ਸਾਰੇ ਸੰਗ ਛੱਡ ਜਾਂਦੇ ਨੇ, ਕੋਈ ਨੇੜੇ ਨਹੀਂ ਆਉਂਦਾ। ਦੇਹ ਖਾਕ ਦੇ ਮਿੱਟੀ ਦੇ ਸਪੁਰਦ ਹੋ ਜਾਂਦੀ ਹੈ, ਜਾਂ ਅਗਨ ਦੇ। ਜੀ ਨੂੰ ਜਾਣਾ ਪੈਂਦਾ ਹੈ, ਜੋ ਜੋ ਕੀਤਾ ਹੈ ਉਹ ਹਿਸਾਬ ਦੇਣੇ ਲੈਣੇ ਪੈਂਦੇ ਹਨ। ਲੇਖੈ ਕਤ ਹੈ ਨਾ ਛੋਟੀ ਹੈ, ਖਿਨ ਖਿਨ ਭੂਲਨ ਹਾਰ। ਦਸ਼ਮੇਸ਼ ਪਿਤਾ ਜੀ ਹੁਕਮ ਕਰਦੇ ਹਨ, ਸਾਡੀ ਨਮਸਕਾਰ ਹੈ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਨੂੰ ਤੁਸੀਂ ਅਕਾਲ ਹੋ, ਕਾਲ ਰਹਿਤ ਹੋ, ਥਾਂ ਰਹਿਤ ਹੋ। ਨਮਸਤੰ ਅਠਾਮੇ। ਦੁਨੀਆ ਨੇ ਆਪੋ ਆਪਣੇ ਥਾਂ ਬਣਾਏ ਹੋਏ ਹਨ, ਮਹਿਲ ਮਾੜੀਆਂ ਘਰ, ਪੰਛੀਆਂ ਨੇ ਆਲਣੇ ਬਣਾਏ ਹੋਏ ਹਨ, ਪਰ ਤੁਸੀਂ ਸਥਾਨ ਰਹਿਤ ਹੋ। ਨਮਸਤੰ ਅਕਰਮੰ ਨਮਸਤੰ ਅਧਰਮੰ। ਦੁਨੀਆ ਕਰਮ ਕਰਦੀ ਹੈ, ਜਿੱਦਾਂ ਦੇ ਕਰਮ ਕਰਦੇ ਹਨ ਦੁਨੀਆ ਦੇ ਜੀਵ ਤੁਹਾਡੇ ਬਣਾਏ ਹੋਏ, ਉਹਨਾਂ ਨੂੰ ਤੁਸੀਂ ਸੁਤੰਤਰ ਕਰ ਦਿੱਤਾ ਹੈ। ਮਾਨਸ ਜਨਮ ਦੇ ਵਿੱਚ ਜਿਹੋ ਜਿਹਾ ਕਰਮ ਕਰੋਗੇ, ਉਹ ਜਿਹਾ ਫਲ ਤੁਹਾਨੂੰ ਮਿਲੇਗਾ। ਕਰਮ ਅਕਰਮ ਵਿਚਾਰੀ ਹੈ। ਤਾਈਓ ਤੇ ਗੁਰਬਾਣੀ ਨੂੰ ਸੁਣਨ ਵਾਸਤੇ ਮਹਾਰਾਜ ਜੀ ਨੇ ਹੁਕਮ ਦੇ ਦਿੱਤੇ ਹਨ। ਜੇ ਗੁਰਬਾਣੀ ਨੂੰ ਸੁਣੋਗੇ ਤਾਂ ਚੰਗੇ ਕਰਮ ਕਰੋਗੇ। ਅਕਰਮ ਉਹ ਜਿਹੜੇ ਸੁੱਧ ਕਰਮ ਹਨ, ਸਵੱਛ ਕਰਮ ਹਨ,
ਵਿਚਾਰ ਕਰੋਗੇ ਇਹ ਕਰਮ ਕਰਨਾ ਚਾਹੀਦਾ ਹੈ, ਇਹ ਕਰਮ ਨਹੀਂ ਕਰਨਾ ਚਾਹੀਦਾ। ਜਿਵੇਂ ਗੁਰੂ ਸਾਹਿਬ ਜੀ ਦੇ ਹੁਕਮ ਹਨ ਸਤਿਗੁਰਾਂ ਦੇ, ਆਪਣੇ ਕਰਮ ਕੀ ਗਤ, ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ। ਜੇ ਗੁਰਦੁਆਰਾ ਸਾਹਿਬ ਆ ਕੇ ਗੁਰਬਾਣੀ ਨੂੰ ਪੜਾਂਗੇ ਸੁਣਾਂਗੇ, ਕਰਮ ਅਕਰਮ ਵਿਚਾਰੀ ਹੈ, ਸੋਝੀ ਆਵੇਗੀ। ਆ ਕਰਮ ਕਰਨਾ ਹੈ, ਆ ਕਰਮ ਨਹੀਂ ਕਰਨਾ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਤੇ ਨਿਬੜਦੀ ਵੀ ਕਰਮਾਂ ਤੇ ਹੈ, ਜਦੋਂ ਦੇਹ ਛੱਡ ਕੇ ਜਾਈਦੀ ਹੈ ਕਰਮਾਂ ਉੱਪਰ ਨਿਬੜੇ। ਜਿਵੇਂ ਵੇਲਾਂ ਨੂੰ ਫਲ ਲੱਗਦੇ ਨੇ, ਪੇਠੇ ਲੱਗਦੇ ਨੇ, ਅੰਗੂਰ ਲੱਗਦੇ ਨੇ, ਪਤਾ ਨਹੀਂ ਕਿਤਨੀਆਂ ਵੇਲਾਂ ਨੂੰ ਕਿੰਨੀਆਂ ਵੈਜੀਟੇਬਲ ਸਬਜ਼ੀਆਂ ਲੱਗਦੀਆਂ ਹਨ। ਕਰਮ ਨੂੰ ਕਰਤੂਤ ਵੀ ਕਹਿੰਦੇ ਨੇ। ਜਿਵੇਂ ਆਮ ਕਹੀਦਾ, ਇਸ ਬੱਚੇ ਦੀਆਂ, ਇਸ ਬੰਦੇ ਦੀਆਂ ਕਰਤੂਤਾਂ ਚੰਗੀਆਂ ਨਹੀਂ। ਪੁਰਾਤਨ ਸ਼ਬਦ ਇਸ ਪ੍ਰਕਾਰ ਕਹੇ ਹਨ ਗੁਰਬਾਣੀ ਦੇ ਵਿੱਚ। ਇਹ ਕਰਮ ਜਿਹੜਾ ਹੈ ਇਹ ਵੀ ਕਰਤੂਤ ਹੈ। ਜੇ ਕਰਤੂਤ ਚੰਗੀ ਹੈ ਪਸ਼ੂਆਂ ਵਾਲੀ ਨਹੀਂ, ਪਰ ਜਾਤ ਮਾਨਸ ਹੈ, ਮਨੁੱਖ ਹੈ, ਬੰਦਾ ਹੈ, ਪਰ ਕਰਤੂਤ ਬੜੀ ਭੈੜੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੀਂ ਕਛ ਕਰੇ ਛਪਾਇਆ। ਕਰਤੂਤ ਕੰਮ ਪਸ਼ੂਆਂ ਵਾਲੇ ਤੇ ਜਾਤ ਹੈ ਮਾਨਸ ਦੀ। ਜੇ ਗੁਰਬਾਣੀ ਮਨ ਵਿੱਚ ਵਸ ਜਾਵੇਗੀ ਤਾਂ ਕਰਤੂਤ ਚੰਗੀ ਹੋ ਜਾਵੇਗੀ। ਸੇਵਾ ਸਿਮਰਨ ਬੰਦਗੀ ਗੁਰੂ ਦਾ ਕਿਹਾ ਮਨ ਵਿੱਚ ਵਸ ਜਾਵੇਗਾ। ਗੁਰਬਾਣੀ ਮਨ ਵਿੱਚ ਵਸ ਜਾਵੇਗੀ। ਗੁਰ ਕੀ ਬਾਣੀ ਜਿਸ ਮਨ ਵਸੈ, ਦੁੱਖ ਦਰਦ ਸਭ ਤਾਕਾ ਨਸੈ। ਕਰਮ ਕਰਤੂਤ ਬੇਲ ਵਿਸਥਾਰੀ, ਇਹੋ ਜੀ ਵੇਲ ਲੱਗ ਜਾਵੇਗੀ ਇਸ ਹਿਰਦੇ ਵਿੱਚ, ਇਸ ਮਨ ਵਿੱਚ। ਰਾਮ ਨਾਮ ਫਲ ਹੁਆ, ਰਾਮ ਦੇ ਨਾਮ ਦਾ ਫਲ ਲੱਗ ਜਾਵੇਗਾ। ਤੋੜ ਤੋੜ ਕੇ ਬੰਦਾ ਖਾਵੇਗਾ। ਇਹ ਜੀਭਾ ਦੇ ਨਾਲ ਆਖਿਆ ਕਰੇਗਾ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇਹ ਕਹਿੰਦਿਆਂ ਆ ਮਾਨਸ ਜਨਮ ਜਿਹੜਾ ਹੈ ਇਹ ਸਫਲਾ ਹੋ ਜਾਵੇਗਾ। ਪਰ ਵਾਹਿਗੁਰੂ ਜੀ ਆਪ ਇਹਨਾਂ ਕਰਮਾਂ ਤੋਂ ਰਹਿਤ ਹੋ, ਕਰਮ ਕਰਵਾਉਣ ਵਾਲੇ ਹੋ। ਨਮਸਤੰ ਅਕਰਮੰ, ਆਪ ਜੀ ਨੂੰ ਨਮਸਕਾਰ ਹੈ। ਸਾਹਿਬ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਨੂੰ ਨਮਸਤੰ ਫਰਮਾ ਰਹੇ ਹਨ। ਨਮਸਤੰ ਅਧਰਮੰ, ਧਰਮ ਬਣਾ ਕੇ ਦੁਨੀਆ ਤੁਹਾਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੈ। ਧਰਮ ਸਾਥ ਦਿੰਦੇ ਹਨ। ਜਿਵੇਂ ਸਿੱਖ ਧਰਮ ਹੈ, ਪੰਥ ਹੈ। ਇਹ ਪੰਥ, ਇਹ ਰਾਹ ਅਕਾਲ ਪੁਰਖ ਵਾਹਿਗੁਰੂ ਜੀ ਵੱਲ ਜਾਂਦਾ ਹੈ। ਗੁਰਬਾਣੀ ਲੈ ਕੇ ਜਾਂਦੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਵੱਲ। ਤਾਈਓ ਤੇ ਗੁਰਬਾਣੀ ਨਾਲ ਪਿਆਰ ਕਰਨ ਵਾਸਤੇ ਸਤਿਗੁਰੂ ਫਰਮਾਉਂਦੇ ਹਨ, ਇਹ ਗੁਰਬਾਣੀ ਧੁਰੋਂ ਆਈ ਹੋਈ ਹੈ, ਤੁਹਾਨੂੰ ਧੁਰ ਦਰਗਾਹ ਲੈ ਜਾਵੇਗੀ। ਤੇ ਜੇ ਧਰਮ ਕਮਾ ਕੇ ਪਾਪ ਕਮਾਉਂਦਾ ਹੈ ਬੰਦਾ,
ਫਿਰ ਕਿਵੇਂ ਮੁਕਤੀ ਮਿਲੇਗੀ? ਮੋਖ ਦੁਆਰ, ਗੁਰੂ ਦਾ ਦੁਆਰਾ ਕਿਵੇਂ ਮਿਲੇਗਾ? ਵਾਹਿਗੁਰੂ ਦੇ ਘਰ ਵਿੱਚ ਕਿਵੇਂ ਜਾਵੇਂਗਾ? ਧਰਮੀ ਧਰਮ ਕਰ ਹੈ ਗਾਵਾਵਹਿ, ਐਸੇ ਕੰਮ ਕਰਦਾ ਹੈ ਜਿਹਦੇ ਨਾਲ ਸਾਰੇ ਫਲ ਗੁਆਚ ਜਾਂਦੇ ਹਨ। ਮੰਗਹਿ ਮੋਖ ਦੁਆਰ, ਤੇ ਮੰਗਦਾ ਮੋਖ ਦੁਆਰ ਹੈ। ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਓ। ਕਿਵੇਂ ਮੋਕਸ਼ ਮਿਲੇਗੀ? ਕਿਵੇਂ ਮੁਕਤੀ ਮਿਲੇਗੀ? ਕਿਵੇਂ ਗੁਰੂ ਦੇ ਦਰ ਤੇ ਥਾਂ ਮਿਲੇਗੀ ਤੈਨੂੰ? ਵਾਹਿਗੁਰੂ ਜੀ, ਤੁਸੀਂ ਇਹਨਾਂ ਸਾਰਿਆਂ ਤੋਂ ਰਹਿਤ ਹੋ। ਨਾਮਸਤੰ ਅਧਰਮੰ। ਦੁਨੀਆ ਜ਼ਰੂਰ ਧਰਮ ਮੰਨਦੀ ਹੈ, ਪਰ ਤੁਸਾਂ ਸਾਨੂੰ ਸਮਝਾਇਆ ਹੈ ਧੁਰੋਂ ਗੁਰਬਾਣੀ ਭੇਜ ਕੇ, ਸਗਲ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵਾਹਿਗੁਰੂ ਦਾ ਨਾਮ ਐ ਬੰਦਿਆ ਜਪ ਤੇ ਕੰਮ ਚੰਗੇ ਕਰ, ਕਰਮ ਚੰਗੇ ਕਰ। ਸਤਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਅਕਾਲ ਪੁਰਖ ਵਾਹਿਗੁਰੂ ਜੀ, ਅੱਜ ਦੀ ਕਥਾ ਇੱਥੋਂ ਤੱਕ ਹੀ। ਸਾਧ ਸੰਗਤ ਗੁਰੂ ਰੂਪ ਹੈ, ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾਸਰੇ ਪਾਸੋਂ, ਦਿਲਬਾਗ ਸਿੰਘ ਪਾਸੋਂ ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ ਇਹ ਜਾਪ ਸਾਹਿਬ ਜੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਾਲ ਸਿੱਖਿਆ ਮਨਾਂ ਨੂੰ, ਜੇ ਮਨ ਮੰਨ ਜਾਣਗੇ ਤਨ ਵੀ ਲੱਗ ਜਾਣਗੇ ਗੁਰੂ ਵੱਲ। ਜੇ ਮਨ ਨਹੀਂ ਲੱਗ ਸਕਦੇ ਤਾਂ ਤਨਾਂ ਨੇ ਕਿੱਥੋਂ ਲੱਗਣਾ, ਦਿਆਂ ਨੇ ਕਿੱਥੋਂ ਲੱਗਣਾ। ਮਨ ਨੇ ਤੇ ਲਾਉਣਾ ਹੈ ਅਕਾਲ ਪੁਰਖ ਜੀ ਵੱਲ, ਇਹਨਾਂ ਹੱਥਾਂ ਨੂੰ, ਇਹਨਾਂ ਅੱਖਾਂ ਨੂੰ, ਇਹਨਾਂ ਕੰਨਾਂ ਨੂੰ, ਇਹਨਾਂ ਪੈਰਾਂ ਨੂੰ। Our mind is organizer of the body. At the same time, whatever mind tells the body, body does the same as mind decided. ਜਿਵੇਂ ਮਨ ਡਿਸਾਈਡ ਕਰਦਾ ਹੈ ਤਿਵੇਂ ਹੱਥ ਕਰਦੇ ਹਨ, ਨੇਤਰ ਕਰਦੇ ਹਨ, ਕੰਨ ਕਰਦੇ ਹਨ, ਪੈਰ ਉਸੇ ਪਾਸੇ ਤੁਰਦੇ ਹਨ। ਬੜਾ ਕੁਝ ਵਸ ਹੈ ਇਸ ਮਨ ਦੇ। ਤਾਈਓ ਮਨ ਨੂੰ ਸਮਝਾਇਆ ਹੈ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਜੇ ਜ਼ਿੰਦਗੀ ਰਹੀ ਤਾਂ ਅੱਗੋਂ ਪੜਾਂਗੇ ਨਮਸਤੰ ਅਨਾਮੰ, ਨਮਸਤੰ ਅਧਾਮੰ, ਨਮਸਤੰ ਅਜੀਤੇ, ਨਮਸਤੰ ਅਭੀਤੇ। ਇਹ ਸ਼ਲੋਕ ਅੱਗੋਂ ਤੀਜੇ ਹਿੱਸੇ ਵਿੱਚ ਸਰਵਣ ਕਰਨ ਦੀ ਕਿਰਪਾਲਤਾ ਕਰਨੀ, ਜੇ ਸਤਿਗੁਰਾਂ ਨੇ ਸੇਵਾ ਲੈ ਲਈ। ਕਿਉਂਕਿ ਸੇਵਾ ਉਹੀ ਉਹ ਹਨ, ਕਰਨ ਕਰਾਮਨ ਹਾਰ ਸੁਆਮੀ। ਉਹੀ ਉਹ ਇਸ ਦੇਹ ਵਿੱਚ ਫੁਰਨਾ ਦਿੰਦੇ ਹਨ, ਤਾਕਤ ਦਿੰਦੇ ਹਨ, ਬੁੱਧ ਦਿੰਦੇ ਹਨ, ਤਾਂ ਬੰਦਾ ਬੋਲ ਸਕਦਾ ਹੈ। ਆਪ ਨਹੀਂ ਬੰਦਾ ਬੋਲ ਸਕਦਾ। ਉਹਨਾਂ ਦੀ ਕਿਰਪਾ ਹੋਵੇ ਵਾਹਿਗੁਰੂ ਜੀ ਦੀ। ਧੰਨ ਗੁਰੂ ਨਾਨਕ ਸਾਹਿਬ ਜੀ ਦੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਜਾਂ ਵਾਲੇ, ਕਲਗੀਆਂ ਵਾਲੇ ਸਤਿਗੁਰੂ ਜੀ ਦੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਤਾਂ ਗੁਰਬਾਣੀ ਬੰਦਾ ਪੜ੍ਹ ਸਕਦਾ ਹੈ। ਸਤਿਗੁਰੂ ਜੀ ਭੁੱਲਾਂ ਖਿਮਾ ਕਰਨੀਆਂ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸਾਰੀ ਸੰਗਤ ਵਿੱਚ ਸਰਗੁਣ ਸਰੂਪ ਵਾਹਿਗੁਰੂ ਜੀ ਆਪ ਵਸ ਰਹੇ ਹਨ। ਸਰਗੁਣ, ਨਿਰਗੁਣ, ਨਿਰੰਕਾਰ, ਸੁਨ ਸਮਾਧੀ ਆਪ,
आपन किया नानका आपे ही फिर जाप। गुर की बाणी जिस मन वसै दुख दर्द सब ताका नसै। अगों जे सतगुरु मेहर करनगे तीसरा हिस्सा सरवण करना। जे सतगुਰਾਂ ने किरपा ਕੀਤੀ अरदास करना। यह जिहड़ा दुख आ बनया है करोना वायरस का, सारे संसार के जीआं नूं वाहिगुरु जी सुख बख्शिश करन। कोई भी बोली होवे, कोई भी कंट्री होवे, ਇਹ बचन कहने हैं धन गुरु नानक साहब जी दे। नानक नाम चढ़दी कला तेरे भाणे सरबत दा भला। सरबत दा भला, सरबत दा भला। वाहिगुरु जी का खालसा, वाहिगुरु जी की फतेह।